ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਔਰ ਅੱਜ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਪ੍ਰੋਬਲਮਸ ਤੇ ਉਹਦੇ ਸੋਲੂਸ਼ਨ ਦੇ ਉੱਤੇ ਇਹ ਟਾਕ ਸ਼ੋਅ ਰੱਖਿਆ ਹੈ। ਇਸ ਟਾਕ ਸ਼ੋਅ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਬੁਲਾਇਆ। ਮੇਰੇ ਨਾਲ ਨੇ ਪ੍ਰੋਗਰਾਮ ਵਿੱਚ ਸ਼ਾਮਲ ਨਵਜੋਤ ਸਿੰਘ ਪੰਜਾਬ ਤੋਂ ਨੇ ਔਰ ਅਨਮੋਲ ਹੈਲੋ। ਪੰਜਾਬ ਦੀ ਕੈਪੀਟਲ ਚੰਡੀਗੜ੍ਹ ਤੋਂ ਨੇ। ਹਾਂਜੀ, ਵੈਲਕਮ ਟੂ ਬੋਥ। ਥੈਂਕ ਯੂ। ਨਵਜੋਤ ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ। ਕਦੋਂ ਆਏ ਹੋ ਕੈਨੇਡਾ ਦੇ ਵਿੱਚ? ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮਚ। ਤੇ ਸਾਰੇ ਦਰਸ਼ਕਾਂ ਦਾ ਜੇ ਸਾਨੂੰ ਵੇਖਦੇ ਵੌਇਸ ਆਫ ਇੰਡੀਆ ਦੀ ਸਾਰੀ ਟੀਮ ਦਾ ਹਾਂਜੀ, ਤੇ ਨਾਲੇ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਬਹੁਤ ਖੂਬ ਵੈਰੀ ਗੁੱਡ। ਤੇ ਬਹੁਤ ਵਧੀਆ ਟੌਪਿਕ ਆ ਕਿ ਸਟੂਡੈਂਟ ਜਿਹੜੇ ਇੱਥੇ ਆਉਂਦੇ ਨੇ ਹਾਂਜੀ ਤੇ ਜਿਹੜੀ ਉਹ ਮਤਲਬ ਕਿ ਪ੍ਰੋਬਲਮ ਫੇਸ ਕਰਦੇ ਨੇ ਕਿ ਉਹਨਾਂ ਦੀ ਲਾਈਫ ਵਿੱਚ ਕੀ ਸਿਚੁਏਸ਼ਨਸ ਆਉਂਦੀਆਂ ਨੇ, ਆਪਾਂ ਉਹਨੂੰ ਕਿਸ ਤਰ੍ਹਾਂ ਸਹੀ ਕਰ ਸਕਦੇ ਆ। ਬਿਲਕੁਲ। ਮਤਲਬ ਕਿ ਹਰ ਇੱਕ ਦੀ ਆਪਣੀ ਸਿਚੁਏਸ਼ਨ ਅਲੱਗ-ਅਲੱਗ ਸਿਚੁਏਸ਼ਨ ਹੁੰਦੀ ਤੇ ਹਰ ਇੱਕ ਨੇ ਆਪਣੀ ਸੋਝੀ ਦੇ ਨਾਲ ਉਸ ਨੂੰ ਮਤਲਬ ਹੈਂਡਲ ਕਰਨਾ ਹੁੰਦਾ। ਤਾਂ ਹੀ ਮੈਂ ਪੁੱਛਿਆ ਸੀ ਕਦੋਂ ਆਏ ਹੋ ਤੁਸੀਂ ਇੱਥੇ? ਮੈਂ ਜੀ ਆਇਆ ਸੀਗਾ 2019 ਵਿੱਚ 19 ਚ ਆਏ ਹੋ ਅਪ੍ਰੈਲ ਚ। 2 ਸਾਲ ਹੋ ਗਏ ਪੂਰੇ? ਜੀ 2 ਸਾਲ ਪੂਰੇ ਹੋ ਗਏ ਜੀ। ਐਨਵਰਸਰੀ ਸੈਕੰਡ ਪੂਰੀ ਹੋ ਗਈ ਕਿ ਜੇ ਹੋਣੀ? ਐਨਵਰਸਰੀ ਬਸ ਆ ਥੋੜੇ ਦਿਨਾਂ ਤੱਕ। ਥੋੜੇ ਦਿਨਾਂ ਤੱਕ 2 ਸਾਲ ਹੋ ਗਏ। ਕਿਹੋ ਜਿਹਾ ਐਕਸਪੀਰੀਅੰਸ ਬੀਇੰਗ ਸਟੂਡੈਂਟ? ਐਕਸਪੀਰੀਅੰਸ ਉਤਾਰ ਚੜਾਵ ਆਉਂਦੇ ਆ ਬਟ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ। ਮੈਨੂੰ ਜੋ ਲੱਗਦਾ ਹਰ ਇੱਕ ਸਟੂਡੈਂਟ ਦੀ ਲਾਈਫ ਦੇ ਵਿੱਚ ਮੁਸ਼ਕਿਲਾਂ ਆਉਂਦੀਆਂ। ਹਰ ਇੱਕ ਸਟੂਡੈਂਟ ਨੂੰ ਇਹ ਲੱਗਦਾ ਕਿ ਮੇਰੇ ਨਾਲ ਹੀ ਇਕੱਲਾ ਗਲਤ ਹੁੰਦਾ ਪਿਆ, ਕਿਉਂਕਿ ਹਰ ਇੱਕ ਨੂੰ ਆਪਣੇ ਆਪ ਨਾਲ ਵੀ ਫੀਲ ਹੁੰਦਾ। ਕਿਹੋ ਜਿਹੀਆਂ ਮੁਸ਼ਕਲਾਂ ਤੁਹਾਨੂੰ ਲੱਗਦਾ ਕਿ ਆਉਂਦੀਆਂ ਸਟੂਡੈਂਟਸ ਨੂੰ? ਜਿਸ ਤਰ੍ਹਾਂ ਸਭ ਤੋਂ ਪਹਿਲੇ ਮੁਸ਼ਕਿਲ ਤੇ ਇਹੀ ਆਉਂਦੀ ਕਿ ਪਹਿਲਾਂ ਆਪਣਾ ਜਦੋਂ ਆਪਾਂ ਘਰ ਪਰਿਵਾਰ ਛੱਡ ਕੇ ਆਉਂਦੇ ਇੱਥੇ, ਠੀਕ ਹੈ ਜੀ, ਜਦੋਂ ਆਪਾਂ ਇੱਥੇ ਆਉਂਦੇ ਆ ਤੇ ਇੱਕ ਨਵਾਂ ਦੇਸ਼ ਆ, ਆਪਾਂ ਪੂਰੀ ਜ਼ਿੰਦਗੀ ਆਪਣੇ ਇੰਡੀਆ ਵਿੱਚ ਪੱਲੇ ਆ, ਉੱਥੇ ਅਲੱਗ ਮਾਹੌਲ ਆ, ਇੱਥੇ ਦਾ ਅਲੱਗ ਮਾਹੌਲ ਆ। ਇੱਥੇ ਜਦੋਂ ਆਉਂਦੇ ਆ ਸਾਨੂੰ ਕੋਈ ਜਾਣ ਪਛਾਣ ਵਾਲੇ ਬਹੁਤ ਘੱਟ ਮਿਲਦੇ ਨੇ। ਠੀਕ ਹੈ ਜੀ। ਇੰਡੀਪੈਂਡੈਂਟ ਬੰਦਾ ਹੋ ਕੇ ਆਉਂਦਾ ਇੱਥੇ ਤੇ ਸਭ ਤੋਂ ਪਹਿਲਾਂ ਬੰਦਾ ਇਹੀ ਫੇਸ ਕਰਦਾ ਕਿ ਰਹਿਣਾ ਕਿੱਥੇ ਹੈ। ਠੀਕ ਹੈ ਜੀ। ਜੋ ਕਿ ਸਭ ਤੋਂ ਇੰਪੋਰਟੈਂਟ ਚੀਜ਼ ਮੈਨੂੰ ਲੱਗਦਾ ਕਿ ਤੁਸੀਂ ਕਿੱਦਾਂ ਦੇ ਮਾਹੌਲ ਵਿੱਚ ਰਹਿ ਰਹੇ ਹੋ, ਕਿਉਂਕਿ ਆਪਾਂ ਉੱਥੋਂ ਸੋਚ ਕੇ ਆਏ ਆ ਕਿ ਆਪਾਂ ਆਪਣੀ ਵਧੀਆ ਲਾਈਫ ਬਣਾਉਣੀ ਆ। ਠੀਕ ਹੈ ਜੀ। ਆਪਾਂ ਵਧੀਆ ਫਿਊਚਰ ਬਣਾਉਣਾ ਵਾ ਤੇ ਬਹੁਤ ਵਧੀਆ ਮਤਲਬ ਕਿ ਵੱਡਾ ਡਿਸੀਜਨ ਹੁੰਦਾ ਕਿ ਆਪਾਂ ਕਿੱਦਾਂ ਦੇ ਮਾਹੌਲ ਵਿੱਚ ਰਹਿੰਦੇ ਪਏ। ਮਾੜੀ ਸੰਗਤ ਵਿੱਚ ਰਵਾਂਗੇ ਤੇ ਮਾੜੀ ਜ਼ਿੰਦਗੀ ਅੱਗੇ ਬਣੇਗੀ। ਚਲੋ ਇਹ ਗੱਲ ਤੁਹਾਡੇ ਨਾਲ ਅੱਗੇ ਜਾਰੀ रखेंगे। अनमोल आप बताएं। मैं हिंदी में बोलूंगा क्योंकि आप हिंदी में समझती हैं, हिंदी बोलती हैं। नहीं, आप पंजाबी बोलो। पंजाबी में बोल सकता हूँ? चलो मैं हिंदी में कोशिश और पंजाबी में भी करूंगा बात। ओके, ठीक है। क्या लगता है आपको कैसी प्रॉब्लम्स स्टूडेंट्स को फेस करनी पड़ती हैं? ओके, सो मुझे लगता है शायद ये मेरे साथ नहीं सबके साथ ऐसे ही होता होगा। जब मैं आई थी लाइक जितने भी मेरे सारे फ्रेंड्स हैं तो उनके साथ भी सेम ही प्रॉब्लम हुई थी। सबसे पहली बात, हाँ, जैसे नवजोत ने बोला कि जब रहने सहने की प्रॉब्लम बहुत होती है यहाँ पे, क्योंकि लाइक यहाँ पे सबके लिए अपना नया एक्सपीरियंस होता है, सब बहुत कंफ्यूज हुए होते हैं कि किस तरीके के माहौल में रहा जाए, किस तरीके के माहौल में नहीं। तो लाइक अगर मैं अपना पर्सनल एक्सपीरियंस बताऊँ इस बारे में, तो जब मैं मूव हुई थी तो मैं अपनी एक फ्रेंड के साथ मूव हुई थी जो कि जिसके साथ मैं चंडीगढ़ से ही आई थी। तो ऐसा हुआ था कि चलो उसने एडजस्टमेंट्स करवा दी थी हमारी, एक हमने बेसमेंट रेंट पे ले ली थी। देन उसके बाद लाइक जॉब की प्रॉब्लम आई उसके बाद कि हमको एकदम से लाइक जॉब चाहिए होती है उसके बाद, राइट। तो लाइक मैं सारा दिन घर से बाहर ही रहती थी, रिज्यूमे हर एक स्टोर पे रिज्यूमे जाके देख के आने हैं, राइट। तो कहीं मैंने ये बात भी सुनी है कि लाइक रिज्यूमे हम देते थे एम्प्लॉयज़ को और मैंने ये भी देखा है कि हाँ भाई उसी वक्त लाइक वो डंप कर देते हैं, राइट, ताकि दूसरे को अपॉर्चुनिटी ना मिले। चलो इसके ऊपर भी बात करेंगे। मैं थोड़ा पीछे जाना चाहता हूँ। ओके। पीछे जाने का मेरा मकसद ये है कि देखो जो स्टूडेंट है ना वो मोस्टली 10+2 सिस्टम है वहाँ, यानी 12 ग्रेड करने के बाद वो यहाँ आ जाते हैं। तब तक तो उनको उनकी टेक केयर पेरेंट्स करते हैं जी। ਆਪਣੇ ਆਪ ਤਾਂ ਉਹ ਕਰਤੇ ਹੀ ਨਹੀਂ ਹੈ। ਠੀਕ ਹੈ ਜੀ। ਜਦੋਂ ਅਨਮੋਲ ਉਹਨਾਂ ਨੂੰ ਆਪਣੀ ਟੇਕ ਕੇਅਰ ਆਪੇ ਕਰਨੀ ਪੈਂਦੀ ਹੈ, ਆਪਣਾ ਧਿਆਨ ਆਪੇ ਰੱਖਣਾ ਪੈਂਦਾ ਤੇ ਉਹ ਇੱਕ ਨਵੀਂ ਦੁਨੀਆ ਵਿੱਚ ਆ ਜਾਂਦੇ। ਨੈਚੁਰਲੀ ਇਹ ਪ੍ਰੋਬਲਮਸ ਤਾਂ ਆਉਣਗੀਆਂ ਜਦੋਂ ਉਹਨਾਂ ਨੂੰ ਜਿਹੜੀ ਹੈਗੀ ਆ ਚਾਹ ਵੀ ਬਣੀ ਬਣਾਈ ਮਿਲਦੀ ਹੈਗੀ ਆ, ਲੰਚ ਵੀ ਬਣਿਆ ਬਣਾਇਆ ਮਿਲਦਾ, ਡਿਨਰ ਵੀ ਬਣਿਆ ਬਣਾਇਆ ਮਿਲਦਾ, ਕੱਪੜੇ ਧੋਤੇ ਮਿਲਦੇ, ਪ੍ਰੈਸ ਕੀਤੇ ਮਿਲਦੇ। ਠੀਕ ਹੈ ਜੀ। ਬੂਟ ਵੀ ਪੋਲਿਸ਼ ਮਿਲਦੇ, ਆਪ ਕੁਛ ਨਹੀਂ ਕਰਨਾ। ਠੀਕ ਹੈ ਜੀ। ਮਾਵਾਂ ਜਿਹੜੀਆਂ ਹੈਗੀਆਂ ਉਹ ਤਾਂ ਪਿੱਛੇ ਲੈ ਬੈਗ ਵੀ ਚੁੱਕ ਕੇ ਤੁਹਾਡਾ ਉਹ ਧਿਆਨ ਰੱਖਦੀਆਂ ਕਿ ਤੁਹਾਡੀ ਇਹ ਸ਼ਰਟ ਹੈ ਜੀ, ਇਹ ਤੁਹਾਡੀ ਪੈਂਟ ਹੈ ਜੀ, ਇਹ ਤੁਹਾਡਾ ਜਿਹੜਾ ਸੌਕਸ ਹੈਗੀਆਂ, ਤੁਹਾਡਾ ਰੁਮਾਲ ਹੈਗਾ ਹੈ ਜੀ, ਜੇ ਟਾਈ ਲਾਉਂਦੇ ਹੋ ਤਾਂ ਤੁਹਾਡੀ ਟਾਈ ਹੈ, ਉਹਨੂੰ ਫਿਕਰ ਹੈਗਾ ਸਾਰਾ ਕੁਝ ਤਿਆਰ ਕਰਕੇ। ਇੱਥੇ ਸਾਰਾ ਫਿਕਰ ਤੁਸੀਂ ਆਪ ਕਰਨਾ। ਠੀਕ ਹੈ ਨਾ। ਇਹ ਨੈਚੁਰਲੀ ਫਰਕ ਤਾਂ ਪਏਗਾ ਹੀ। ਠੀਕ ਹੈ ਜੀ।
ਫਿਰ ਤੁਸੀਂ ਜਦੋਂ ਪੇਰੈਂਟਸ ਤੋਂ ਦੂਰ ਆਉਂਦੇ ਹੋ, ਭੈਣ ਭਰਾਵਾਂ ਤੋਂ ਦੂਰ ਆਉਂਦੇ ਹੋ, ਉਹਨਾਂ ਨੇ ਤੁਹਾਨੂੰ ਯਾਦ ਵੀ ਆਣੀ, ਫਿਰ ਇਹ ਵੀ ਯਾਦ ਆਉਣਾ ਵੀ ਉਹ ਯਾਰ ਇਹ ਹੁਣ ਲੰਚ ਦਾ ਟਾਈਮ ਹੋ ਗਿਆ ਤੇ ਮੇਰੇ ਕੋਲ ਤਾਂ ਮੈਨੂੰ ਤਾਂ ਰੋਟੀ ਬਣਾਉਣੀ ਨਹੀਂ ਆਉਂਦੀ, ਕਿਉਂਕਿ ਅਸੀਂ ਲੋਕ ਉੱਥੇ ਰੋਟੀ ਖਾਣਾ ਨਾ, ਸਾਨੂੰ ਤਾਂ ਰੋਟੀ ਬਣਾਉਣੀ ਨਹੀਂ ਆਉਂਦੀ, ਫਿਰ ਅਸੀਂ ਸੋਚਦੇ ਹਾਂ ਪੀਜ਼ਾ ਹੀ ਮੰਗਵਾ ਕੇ ਖਾ ਲਓ, ਪੀਜ਼ਾ ਬਰਗਰ ਇਹ ਉਹ ਇਹੋ ਜਿਹੀਆਂ ਫਿਰ ਆਉਣ ਜਾਣ ਦੀਆਂ ਉਹ ਦਿੱਕਤਾਂ। ਠੀਕ ਹੈ ਜੀ, ਤੁਸੀਂ ਰਹਿਣਾ ਤੁਹਾਨੂੰ ਕਿਤੇ ਪੈਂਦਾ, ਤੁਸੀਂ ਬੇਸਮੈਂਟ 'ਚ ਰਹਿੰਦੇ ਹੋ, ਤੁਸੀਂ ਆਪਣੇ ਢੰਗ ਨਾਲ ਜੇ ਦੋ ਮੁੰਡੇ ਜਾਂ ਦੋ ਕੁੜੀਆਂ ਇਕੱਠੀਆਂ ਰਹਿੰਦੀਆਂ ਹੈਗੀਆਂ ਤੇ ਉਹ ਨੈਚੁਰਲੀ ਥੋੜ੍ਹਾ ਜਿਹਾ ਦਿਮਾਗ 'ਚ ਹੁੰਦਾ ਵੀ ਅਸੀਂ ਖੁੱਲ੍ਹ ਕੇ ਰਹੀਏ, ਜਿੱਦਾਂ ਆਪਣੇ ਪਰਿਵਾਰ 'ਚ ਪੇਰੈਂਟਸ ਦੇ ਘਰ ਰਹਿੰਦੇ ਸੀਗੇ, ਤੇ ਫਿਰ ਤੁਸੀਂ ਇੱਥੇ ਕਿਸੇ ਦੀ ਬੇਸਮੈਂਟ 'ਚ ਰਹਿੰਦੇ ਹੋ, ਤੁਸੀਂ ਉਹ ਖੱਪ ਖਾਨਾ ਨਹੀਂ ਕਰ ਸਕਦੇ, ਜੇ ਕਰਦੇ ਹੋ ਤੇ ਉਹ ਤੁਹਾਨੂੰ ਕਹਿ ਸਕਦੇ ਕਿ ਨੋ ਯੂ ਹੈਵ ਟੂ ਗੋ, ਲੀਵ ਇਟ। ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਵੀ ਪ੍ਰੋਬਲਮ ਆ ਸਕਦੀ ਹੈ ਜੇ ਅਪਾਰਟਮੈਂਟ ਮੰਨ ਲਓ ਲੈ ਲਓ, ਅਪਾਰਟਮੈਂਟ ਵਿੱਚ ਤਾਂ ਰਿਸਟ੍ਰਿਕਸ਼ਨਸ ਹੈਗੀਆਂ ਨਾ, ਜਿਹੜਾ ਤੁਹਾਡੇ ਵੱਲ ਤੋਂ ਥੱਲੇ ਵਾਲੀ ਫਲੋਰ 'ਚ ਹੈ ਉਹ ਵੀ ਮਹਿਸੂਸ ਕਰੇਗਾ ਕਿ ਯਾਰ ਉੱਪਰ ਟੱਪੀ ਜਾਂਦੇ ਆ, ਨੱਚੀ ਜਾਂਦੇ, ਜਿਹੜਾ ਉੱਪਰ ਵਾਲਾ ਉਹ ਵੀ ਕਹਿ ਸਕਦਾ ਯਾਰ ਨੋਇਸ ਬਹੁਤ ਜ਼ਿਆਦਾ। ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਪਏਗੀ। ਠੀਕ ਹੈ ਜੀ, ਸੈਕੰਡ ਜਿਹੜੀ ਅਨਮੋਲ ਨੇ ਗੱਲ ਕੀਤੀ ਹੈ ਕਿ ਰੈਜ਼ਮੀ ਅਸੀਂ ਬਣਾਉਂਦੇ ਹਾਂ, ਅਨਮੋਲ ਤੁਸੀਂ ਇੱਕ ਲਫ਼ਜ਼ ਵਰਤਿਆ ਰਿਜ਼ਿਊਮ, ਰਿਜ਼ਿਊਮ ਨਹੀਂ ਹੈ, ਉੱਥੇ ਰਿਜ਼ਿਊਮ ਹੀ ਹੈ ਇੰਡੀਆ 'ਚ, ਇੱਥੇ ਰੈਜ਼ਮੇ, ਉੱਥੇ ਅਸੀਂ ਸ਼ਡਿਊਲ ਕਹਿੰਦੇ ਹਾਂ, ਇੱਥੇ ਸਕੈਜੂਅਲ। ਸਾਨੂੰ ਇਹ ਵੀ ਪ੍ਰੋਬਲਮ ਆਉਂਦੀ ਹੈ, ਲੈਂਗੁਏਜ ਦੀ ਪ੍ਰੋਬਲਮ ਵੀ ਆਉਂਦੀ ਹੈਗੀ। ठीक है जी, अच्छा फिर देखो जी रेज़्मी की बात कर रहे हैं हम, तो मान लीजिए आपने कहाँ दिया होगा रेज़्मी आपने सबसे पहले बार कहाँ दिया? टिम हॉर्टन में क्या लिखा आपने? कोई उन्होंने पूछा होगा कि आपकी एजुकेशन क्या है, आपका एक्सपीरियंस क्या है, तो क्या लिखा था? तो मैं घर से रेज्यूमे बना के गई थी अपना, तो वहाँ पे मैंने ऑब्वियसली लाइक सब अपना बैक एक्सपीरियंस, थोड़ा फेक थोड़ा रियल, बैक एक्सपीरियंस तो था ही नहीं आपको। हाँ वही तो, थोड़ा फेक बना दिया। हाँ। क्या लिखा था? उसमें लिखा था किसी रेस्टोरेंट में काम किया? रेस्टोरेंट का भी लिखा था और कॉल सेंटर का भी लिखा था। अच्छा, जो सम टाइम ऐसा होता है जी, कोई स्टूडेंट है, मान लीजिए वो अच्छी स्टडी करके आया, वहीं उसने ग्रेजुएशन कर ली, यहाँ तो 5th ग्रेड को भी ग्रेजुएशन कहते हैं, तो 12 को तो कहते हैं, 12 का मतलब फाइनल यू आर ग्रेजुएट, उसके बाद आगे अपने यूनिवर्सिटी जाना, कॉलेज जाना, वो अलग बात है। तो वो जो ज़्यादा पढ़ के आते हैं तो वो छोटी जॉब, वैसे छोटी बड़ी कोई अलग नहीं होती, सभी जॉब एक जैसी, सभी काम एक जैसे ही हैं, काम आपको करना आना चाहिए, आपका मन हो कि मैंने ये काम करना है, छोटा बड़ा तो कोई नहीं होता। चलो मान लीजिए वो ये समझते हैं कि टिम हॉर्टन स्टार्टेड जॉब है, छोटी जॉब है, तो टिम हॉर्टन में जाकर वो लिखते हैं कि मैं तो BA B.Ed हूँ, ठीक है, उसी के हिसाब से उसने MA करने के लिए या कोई मास्टर डिग्री करने के लिए यहाँ अप्लाई किया था, वो आ गया। तो वो सोचते हैं, ओनर सोचते हैं कि ये तो BA B.Ed, इसका मतलब टीचिंग लाइन है, ये तो यहाँ टिकेगा ही नहीं, तो उसको जॉब ही नहीं देते वो। ये शायद सभी स्टूडेंट्स को इसके बारे में नहीं पता। अब देखो, अगर टिम हॉर्टन में आपने अप्लाई करना, नेचुरली दे वांट योर बैक होम एक्सपीरियंस। बैक होम एक्सपीरियंस कौन सा? सिमिलर एक्सपीरियंस। अगर वहाँ आप बताते हैं कि तो मैं तो कस्टमर सर्विस पे रही हूँ, लेकिन वो कस्टमर सर्विस किसी हॉस्पिटल का है, किसी स्कूल का है, तो वो कस्टमर सर्विस और चीज़ है, स्कूल वाली और है, हॉस्पिटल वाली और है, टिम हॉर्टन वाली और है। टिम हॉर्टन में भी कस्टमर सर्विस की जॉब अवेलेबल है, लेकिन वो क्या है कि कस्टमर को अटेंड भी करना है, उसके लिए कॉफ़ी भी बनानी है, दोनों बातें। ये सभी ऐसी मुश्किलें आती हैं। और कैसी कैसी मुश्किल आई आपको, पहले आप बताएं, फिर मैं नवजोत से पूछूंगा। जब सबसे पहले यहाँ पे आई थी तो करेंसी समझने में थोड़ी प्रॉब्लम होती है, राइट, सेंट्स, डाइम्स, निकल्स, बहुत मतलब बहुत चीज़ों को अलग अलग, लूनी टूनी, काफ़ी चीज़ें बोली जाती हैं, राइट। तो उस चीज़ों को समझने में बहुत प्रॉब्लम, क्योंकि इंडिया में यू नो कि ऐसा होता है कि 10 रुपये, यहाँ $10, लाइक, तो उस चीज़ों में ऐसा होता था कि अच्छा 10 रुपये, $10 ही हैं, इट्स ओके। उस वक्त हाथ बहुत खुला, GIC आती थी, हाथ खुला, चलो जाने दो कोई चक्कर नहीं। उसके बाद थोड़े टाइम बाद मतलब जैसे कि और आगे लोगों से एक्सपीरियंस मिलता है, देखने को मिलता है, राइट, कि हाँ भी नहीं, ऐसे पैसा संभाला जाएगा,
ऐसे नहीं, ऐसे इन्वेस्टमेंट ਨਵਜੋਤ ਅਨਮੋਲ ਠੀਕ ਕਹਿ ਰਹੀ ਹੈ, ਤੁਹਾਨੂੰ ਵੀ ਇਦਾਂ ਹੀ ਲੱਗਾ? ਤੇ ਬਿਲਕੁਲ ਜਦੋਂ ਮੈਂ ਵੇਖਿਆ ਜਦੋਂ ਆਪਾਂ ਇੱਥੇ ਨਵੇਂ ਆਏ ਸੀਗੇ, ਠੀਕ ਹੈ, ਤੇ ਆਪਾਂ $3-4 ਦਾ ਜੋ ਚਿਪਸ ਦਾ ਪੈਕੇਟ ਖਰੀਦਦੇ ਹਾਂ, ਠੀਕ ਹੈ, ਤੇ ਆਪਾਂ ਹਮੇਸ਼ਾ ਕੰਪੇਅਰ ਕਰਦੇ ਹਾਂ ਆਪਣੇ ਇੰਡੀਆ ਦੇ ਰੁਪੀਸ ਮਲਟੀਪਲਾਈ ਕਰਕੇ, ਹੈ ਨਾ, ਤੇ ਸੋਚੀਦਾ $200 ਦਾ ਚਿਪਸ ਦਾ ਪੈਕੇਟ ਬੜਾ ਮਹਿੰਗਾ ਪੈ ਜਾਂਦਾ, ਉਹ ਤੋਂ $10 ਦਾ ਪੈ ਜਾਂਦਾ ਸੀਗਾ, ਠੀਕ ਹੈ। ਤੇ ਇੱਥੇ ਮਹਿੰਗਾਈ ਵੀ ਹੈਗੀ ਹੈ ਨਾ, ਤੇ ਉਸ ਹਿਸਾਬ ਨਾਲ ਕਮਾਈ ਵੀ ਹੈਗੀ ਹੈ। ਤੇ ਸਾਰਿਆਂ ਨੇ ਜਿਸ ਤਰ੍ਹਾਂ ਆਪਾਂ ਰੈਜ਼ੂਮੇ ਦੀ ਗੱਲ ਕਰਦੇ ਪਏ ਸੀਗੇ ਪਹਿਲਾਂ, ਕਿ ਆਪਾਂ ਜਿੱਦਾਂ ਅਨਮੋਲ ਜੀ ਨੇ ਕਿਹਾ ਕਿ ਫੇਕ ਆਪਾਂ ਵਿੱਚ ਪਾਉਂਦੇ ਆ ਐਕਸਪੀਰੀਅੰਸ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਪਾਣਾ ਪੈਂਦਾ ਹੀ ਹੈ, ਕਿਉਂ? ਉਸ ਤੋਂ ਬਿਨਾਂ ਤਾਂ ਜੌਬ ਹੀ ਨਹੀਂ ਮਿਲਦੀ, ਕਿਉਂਕਿ ਇਹ ਹਮੇਸ਼ਾ ਮੰਗਦੇ ਨੇ ਐਕਸਪੀਰੀਅੰਸ ਕਿੱਥੋਂ ਲਈਏ? ਜੇ ਹੈ ਐਕਸਪੀਰੀਅੰਸ ਲੈਣ ਵਾਸਤੇ ਤੇ ਆਪਾਂ ਕੈਨੇਡਾ ਆ, ਠੀਕ ਹੈ ਜੀ, ਇਹ ਚੀਜ਼ ਉਹਨਾਂ ਨੂੰ ਸਮਝਣੀ ਚਾਹੀਦੀ ਹੈ, ਇਹ ਚੀਜ਼ ਨਹੀਂ ਸਮਝਦੇ ਫਿਰ ਆਪਾਂ ਇਸ ਟੌਪਿਕ ਤੇ ਵੀ ਗੱਲ ਅੱਗੇ ਜਾ ਕੇ ਕਰਾਂਗੇ ਕਿ ਐਕਸਪੀਰੀਅੰਸ ਕਿਵੇਂ ਬਣਦਾ। ਇਹਨਾਂ ਦੀ ਦੇਖੋ ਇੰਪਲੋਇਰ ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਨੌਲੇਜ ਹੋਣੀ ਚਾਹੀਦੀ, ਬੇਸਿਕ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਆ, ਘੱਟੋ ਘੱਟ ਤੁਹਾਨੂੰ ਪਤਾ ਹੋਵੇ ਕਿ ਇਹ ਕੰਮ ਕੀ ਕਰਨ ਜਾ ਰਹੇ ਹੋ, ਤੇ ਫਿਰ ਉਹਨਾਂ ਵਾਸਤੇ ਈਜ਼ੀ ਹੋ ਜਾਏਗਾ ਤੁਹਾਨੂੰ ਹੋਰ ਟ੍ਰੇਨਿੰਗ ਦੇਣ ਲਈ। ਜਿਹੜੇ ਵੀ ਕੰਮ ਤੇ ਤੁਹਾਨੂੰ ਉਹਨਾਂ ਨੇ ਰੱਖਿਆ ਨਾ ਜੀ, ਉਹਦੀ ਟ੍ਰੇਨਿੰਗ ਤੁਹਾਨੂੰ ਉਹਨੇ ਦੇਣੀ ਚਾਹੀਦੀ, ਪਰ ਟ੍ਰੇਨਿੰਗ ਜਿਹੜੀ ਆ ਉਹ ਇੰਨੀ ਕੁ ਇੱਦਾਂ ਇਸ ਤਰੀਕੇ ਨਾਲ ਦੇਣਗੇ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਤਾਂ ਹੋਵੇ, ਨੌਲੇਜ ਹੋਵੇ, ਫਿਰ ਉਹਨਾਂ ਨੂੰ ਟ੍ਰੇਨ ਕਰਨਾ ਵੀ ਸੌਖਾ ਹੋ ਜਾਏ। ठीक है जी। अनमोल बताएं ये कि अब ये हमने बात कर ली कि रेज़्यूमे बनाना होता है, तो सम टाइम ऐसा होता है कि रेज़्यूमे हमने टिम हॉर्टन के लिए बनाया, किसी ने हमें गाइड कर दिया कि टिम हॉर्टन के लिए रेज़्यूमे है, तो आप कहते हैं कि मैंने ठीक है काम ये किया। मान लीजिए किसी फैक्ट्री में काम करने को मिला, जहाँ कॉल सेंटर में काम करने को मिला, आप लिखते हैं कि मुझे एक्सपीरियंस है वहाँ किसी रेस्टोरेंट में काम मैंने किया। रेस्टोरेंट में क्या काम किया? मैंने फूड प्रिपरेशन का काम किया, कुक थी या एसोसिएट ऐसी थी। तो वो कहेंगे कॉल सेंटर में ऐसे लोग तो नहीं चाहिए, फिर क्या करते हैं या क्या करना चाहिए? क्या करना चाहिए? ये मेरा रियल लाइफ एक्सपीरियंस है। लाइक पहले मैंने एज अ बरिस्टा ही काम किया सेकंड कप में, उसके बाद मुझे एक ओपनिंग दिखी कॉल सेंटर में जहाँ भी मैं काम कर रही हूँ। अच्छा। तो मेरा जो एक्सपीरियंस था वो एज अ बरिस्टा था कि हाँ मैंने एज अ कॉफ़ी मेकर का एक्सपीरियंस था। मैंने अप्लाई किया तो उन्होंने मैंने और कोई एक्सपीरियंस नहीं डाला था। फिर जो इंडिया वाला एक फेक एक्सपीरियंस भी था, मैंने वो भी सारा क्लियर आउट कर दिया था। मैं सिर्फ एक एक्सपीरियंस के साथ मैंने अपना जॉब अप्लाई किया, जस्ट रैंडमली, जैसे कि हर कोई करता है। ये जो जॉब देते हैं एम्प्लॉयर, क्या क्या देखते हैं? फर्स्ट तो उन्होंने जो मुझे लगता है, जो उन्होंने मेरा पहले तो जो रेज्यूमे देखा, राइट, उन्होंने उसके बाद इंटरव्यू लिया था, तो मे बी वो स्किल्स देखते हैं, राइट, कि हाँ भी कि अगर कि जो जिसको हम हायर करने लगे हैं या फिर करेंगे कि वेदर ही इज़ हैविंग द स्पिरिट टू टॉक और नॉट, राइट, कि वो बातचीत कर पा रहे हैं एज अ कस्टमर रिप्रेजेंटेटिव के लिए कि नहीं कर पा रहे हैं। पहली बात तो इंग्लिश आती है कि नहीं आती है, राइट, हाँ, सबसे बड़ी बात। हमारी प्रोनाउंसिएशन में भी डिफरेंस है ना, वहाँ हम प्रॉपर प्रोनाउंस नहीं कर पाते, आहिस्ता आहिस्ता पता चलता है। जैसे मैंने 2 वर्ड आपको बता दिया, रेज्यूमे और स्केड्यूल, ठीक है जी। तो हम वहाँ कहते हैं जी गाँव में रहते हैं, कहाँ रहते हैं हम? विलेज में रहते हैं, यहाँ कहते हैं कंट्री साइड में रहते हैं, डिफरेंट है। अगर हम इस डिफरेंस को नहीं समझ पाएंगे तो मुश्किल में आ जाएंगे, ठीक है जी। ਨਵਜੋਤ ਜੀ, ਮੈਂ ਇੱਕ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ, ਸਾਡੇ ਸਟੂਡੈਂਟ ਜਿਹੜੇ ਆਉਂਦੇ ਜਦੋਂ ਉੱਥੋਂ ਆਉਣ ਲੱਗਦੇ ਆ, ਉਹ ਕਿਸੇ ਨਾ ਕਿਸੇ ਏਜੰਟ ਦੇ ਰਾਹੀਂ ਆਉਂਦੇ ਹੈਗੇ, ਉਹ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਦੱਸ ਦਿਓ ਕਿ ਮੈਂ ਤਾਂ ਸਟੂਡੈਂਟ ਵਾਸਤੇ ਜਾਣਾ। ਉਹ ਤੁਹਾਡੀ ਦੇਖਦੇ ਆ ਕਿ ਤੁਹਾਡੀ ਸਟੱਡੀ ਕੀ ਹੈ। ਮੰਨ ਲਓ ਤੁਸੀਂ 12 ਗ੍ਰੇਡ ਜਿਹੜੀ ਆ ਵਿਦ ਸਾਇੰਸ ਕੀਤੀ ਹੈ ਜਾਂ ਵਿਦ ਕਾਮਰਸ ਕੀਤੀ ਹੈ, ਉਹ ਤੁਹਾਨੂੰ ਸਿਮਿਲਰਿਟੀ ਵਾਲਾ ਜਿਹੜਾ ਕੋਰਸ ਦੱਸਦੇ ਹੈਗੇ। ਕਈ ਵਾਰੀ ਤੁਹਾਨੂੰ ਉਹਦੇ ਬਾਰੇ ਅੱਗੇ ਪਤਾ ਨਹੀਂ ਹੁੰਦਾ, ਪੇਰੈਂਟਸ ਨੂੰ ਵੀ ਕਈ ਵਾਰੀ ਨਹੀਂ ਪਤਾ ਹੁੰਦਾ। ਇਹ ਨਹੀਂ ਮੈਂ ਕਹਿੰਦਾ ਕਿ ਪੇਰੈਂਟਸ ਜਿਹੜੇ ਉਹ ਅਨਪੜ੍ਹ ਹੈ, ਇਹ ਨਹੀਂ ਗੱਲ, ਭਾਵੇਂ ਉਹ ਪੜ੍ਹੇ ਲਿਖੇ ਆ, ਪਰ ਉਹਨਾਂ ਨੂੰ ਕੋਰਸਿਸ ਬਾਰੇ, ਸਟੱਡੀ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ ਜਿੰਨੀ ਵੈਸੇ ਹੋਣੀ ਚਾਹੀਦੀ, ਠੀਕ ਹੈ। ਪਰ ਅਨਫੋਰਚੂਨੇਟਲੀ ਇਹ ਹੁੰਦਾ ਨਹੀਂ, ਪੋਸੀਬਲ ਨਹੀਂ ਹੈਗਾ, ਕੋਰਸ ਗਲਤ ਚੂਜ਼ ਹੋ ਜਾਂਦਾ। ਇੱਥੇ ਆ ਕੇ ਤੁਸੀਂ ਸੋਚਦੇ ਹੋ ਮੈਂ ਤਾਂ ਫਸ ਗਿਆ, ਕੀ ਕਰਾਂ ਫਿਰ, ਕੀ ਕਰਨਾ ਚਾਹੀਦਾ? ਇਦਾਂ ਵੈਸੇ ਹੁੰਦੀ, ਪ੍ਰੈਕਟੀਕਲੀ ਹੁੰਦਾ? ਬਿਲਕੁਲ ਜੀ, ਬਿਲਕੁਲ ਹੁੰਦਾ ਕਿ ਜਿਸ ਤਰ੍ਹਾਂ ਕਿ ਸਟੂਡੈਂਟਸ ਬੜੇ ਜਿਹੜੇ ਆਉਂਦੇ ਨੇ ਤੇ ਗਲਤ ਕੋਰਸ ਲੈ ਕੇ ਆ ਜਾਂਦੇ ਕਈ ਵਾਰੀ, ਫਿਰ ਬਾਅਦ ਚ ਗਲਤ ਨਹੀਂ, ਮਤਲਬ ਚੂਜ਼ ਨਹੀਂ ਪ੍ਰੋਪਰ ਕਰਨਾ, ਰੈਲੀਵੈਂਟ ਕੋਰਸ ਨਹੀਂ ਹੁੰਦਾ, ਰੈਲੀਵੈਂਟ ਨਹੀਂ ਕੋਰਸ ਹੁੰਦਾ। ਤੇ ਮੈਂ ਮਤਲਬ ਕਿ ਸੱਚਾਈ ਜਿੱਦਾਂ ਮੈਂ ਥੋੜੀ ਰੱਖਣ ਦੀ ਕੋਸ਼ਿਸ਼ ਕਰਦਾ, ਕੁੜੀ ਮੁੰਡੇ ਹਰ ਇੱਕ ਕੰਮ ਇਕੱਠੇ ਕਰ ਸਕਦੇ ਆ, ਠੀਕ ਹੈ। ਬਟ ਫੋਰ ਐਗਜ਼ਾਮਪਲ ਜਿੱਦਾਂ ਮੁੰਡੇ ਨੇ ਕੋਈ ਵੀ ਏਜੰਟ ਨੇ ਕੋਈ ਵੀ ਕੋਰਸ ਦਿੱਤਾ ਮੁੰਡੇ ਨੂੰ, ਤੂੰ ਇੱਥੇ ਕਰ ਲਾ, ਤੂੰ ਬਸ ਕੈਨੇਡਾ ਜਾਣਾ, ਜਦ ਮੁੰਡੇ ਉੱਥੇ ਸੋਚਦੇ ਨੇ ਹਨਾ, ਉਹ ਇੱਥੇ ਆ ਕੇ ਕੋਰਸ ਕਰ, ਜਿਹੜਾ ਬੱਚਾ
ਪਰ ਕਿ ਜਿਹਨੂੰ ਇੰਟਰਸਟ ਹੈਗਾ ਪੜ੍ਹਾਈ ਦੇ ਵਿੱਚ ਕਾਫੀ, ਉਹ ਤੇ ਬਹੁਤ ਸੋਚ ਸਮਝ ਕੇ ਕੋਰਸ ਲੈ ਕੇ ਆਉਂਦਾ, ਜਿਹਨੂੰ ਨੌਲੇਜ ਹੁੰਦੀ ਹੈ। ਕਈਆਂ ਨੂੰ ਨੌਲੇਜ ਨਹੀਂ ਹੁੰਦੀ, ਫਿਰ ਕੋਈ ਵੀ ਕੋਰਸ ਚੱਕ ਕੇ ਲੈ ਕੇ ਆ ਜਾਂਦੇ ਆ, ਬਟ ਉਹ ਅੱਗੇ ਸੋਚ ਲੈਂਦੇ ਕਿ ਮੈਂ ਟਰੱਕ ਚਲਾ ਲਾਂਗਾ, ਮੈਂ ਟੈਕਸੀ ਚਲਾ ਲਾਂਗਾ, ਹੋਰ ਮਤਲਬ ਕਿ ਰਾਹ ਖੁੱਲ ਜਾਂਦੇ ਨੇ। ਪਰ ਹਰ ਇੱਕ ਕੁੜੀ ਇਹ ਨਹੀਂ ਸੋਚ ਪਾਉਂਦੀ ਕਿ ਮੈਂ ਟਰੱਕ ਚਲਾ ਲੂੰਗੀ, ਮੈਂ ਟੈਕਸੀ ਚਲਾ ਲੂੰਗੀ। ਕੁੜੀਆਂ ਦਾ ਕੋਰਸ ਸਹੀ ਚੂਜ਼ ਕਰਨਾ ਬਹੁਤ ਇੰਪੋਰਟੈਂਟ ਆ, ਕਿਉਂਕਿ ਉਹਨੇ ਉਸ ਬੇਸ ਤੇ ਅੱਗੇ ਆਪਣਾ ਫਿਊਚਰ ਦੇਖਣਾ ਪੂਰੀ। ਫੋਰ ਐਗਜ਼ਾਮਪਲ ਮੈਂ ਜਸਟ ਐਗਜ਼ਾਮਪਲ ਦੇਣਾ, ਇੱਕ ਕੁੜੀ ਨੇ ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਲੈ ਲਿਆ। ਅੱਛਾ ਜੀ, ਠੀਕ ਹੈ ਜੀ। ਜੇ ਕੋਈ ਮੈਨੇਜਰ ਦਾ ਅੱਗੇ ਮੈਨੇਜਰ ਉਹਨੇ ਮੈਨੇਜ ਕਰਨਾ ਕਿਸੇ ਪ੍ਰੋਜੈਕਟ ਨੂੰ, ਤੇ ਓਬਵੀਅਸਲੀ ਗੱਲ ਉਹ ਚਾਹੇਗੀ ਕਿ ਮੈਂ ਕਿਸੇ ਵੱਡੀ ਕੰਪਨੀ 'ਚ ਲੱਗਾ, ਤੇ ਵੱਡੀ ਕੰਪਨੀ ਵਾਲੇ ਐਕਸਪੀਰੀਅੰਸ ਮੰਗਦੇ ਆ। ਬਿਲਕੁਲ, ਸਟੱਡੀ ਕੰਪਲੀਟ ਹੋਣ ਤੋਂ ਉਸੇ ਟਾਈਮ ਬਾਅਦ ਕੋਈ ਵੱਡੀ ਕੰਪਨੀ ਹਾਇਰ ਨਹੀਂ ਕਰੇਗੀ। ਘੱਟੋ ਘੱਟ ਮਤਲਬ ਕਿ 3-4 ਸਾਲ ਪਹਿਲੇ ਟੇਮੋਟਾ 'ਚ ਮੈਨੇਜਰ ਲੱਗ ਜਾਏਗੀ ਜਾਂ ਕਿਸੇ ਹੋਰ ਜਗ੍ਹਾ 'ਤੇ ਲੱਗ ਜਾਏਗੀ, ਉਹ ਇੰਨਾ ਵੇਟ ਕਰਨਾ ਪੈਂਦਾ। ਠੀਕ ਹੈ ਜੀ। ਇਸ ਲਈ ਉਹਨੂੰ ਆਪਣੀ ਜਿਹੜਾ ਇੰਟਰਸਟ ਹੈਗਾ ਉਹਦਾ, ਉਸ ਹਿਸਾਬ ਨਾਲ ਉਹਨੂੰ ਕੋਰਸ ਚੁਣਨਾ ਚਾਹੀਦਾ ਵਾ, ਤਾਂ ਕਿ ਉਹ ਉਸੇ ਵਿੱਚ ਅੱਗੇ ਵੱਧ ਸਕੇ, ਜੋ ਕਿ ਉਹਨੇ ਸਟੱਡੀ ਕੀਤੀ ਹੈ ਉਸੇ 'ਚ ਅੱਗੇ ਕਰ ਸਕੇ। ਕੋਰਸ ਤੁਸੀਂ ਉੱਥੇ ਚੂਜ਼ ਕਰਕੇ ਆ ਗਏ ਜੀ, ਇੱਥੇ ਆ ਕੇ ਤੁਹਾਨੂੰ ਕੁਝ ਚਿਰ ਬਾਅਦ ਪਤਾ ਲੱਗਾ ਕਿ ਮੇਰੀ ਜਿਹੜੀ ਚੁਆਇਸ ਹੈ ਜਾਂ ਜਿਹੜਾ ਮੈਂ ਆਪਸ਼ਨ ਲੈ ਲਈ ਇਹ ਗਲਤ ਹੋ ਗਈ। ਕੀ ਕੀਤਾ ਜਾਵੇ? ਫਿਰ ਤਾਂ ਫੀਸ ਵੀ ਗਈ, ਕਾਲਜ ਵੀ ਚੇਂਜ ਕਰਨਾ ਪੈ ਗਿਆ, ਫਿਰ ਪੇਰੈਂਟਸ ਵੀ ਉੱਧਰੋਂ ਬਹੁਤੇ ਪੇਰੈਂਟਸ, ਮੈਜੋਰਿਟੀ ਆਫ ਪੇਰੈਂਟਸ ਜਿਹੜੇ ਆ ਉਹ ਕਰਜ਼ਾ ਚੁੱਕ ਕੇ ਤੁਹਾਨੂੰ ਭੇਜਦੇ ਬੱਚਿਆਂ ਨੂੰ। ਠੀਕ ਹੈ ਜੀ, ਬੈਂਕ ਲੋਨ ਤਾਂ ਹੈ ਹੀ ਘੱਟੋ ਘੱਟ, ਹੋਰ ਨਹੀਂ ਕੁਛ। ਜੇ ਕਿਸੇ ਕੋਲ ਜ਼ਮੀਨ ਜ਼ਿਆਦਾ ਹੈਗੀ ਤੇ ਉਹ ਥੋੜ੍ਹਾ ਬਹੁਤਾ ਹਿੱਸਾ ਵੇਚ ਕੇ ਤੁਹਾਨੂੰ ਭੇਜ ਦੇਗਾ, ਨਹੀਂ ਤੇ ਬੈਂਕ ਲੋਨ ਤਾਂ ਅਵੇਲੇਬਲ ਹੁੰਦਾ। ਠੀਕ ਹੈ, ਉਹ ਵੀ ਤਾਂ ਅਵੇਲੇਬਲ ਹੈ ਜੇ ਪੇਰੈਂਟਸ ਦੀ ਬੈਕਗਰਾਊਂਡ ਅੱਛੀ ਹੈ, ਪੇਰੈਂਟਸ ਇੰਪਲੋਈ ਹੈਗੇ ਆ, ਬਿਜ਼ਨਸ ਅੱਛਾ ਹੈਗਾ, ਤੇ ਬੈਂਕ ਇਸ ਤਰੀਕੇ ਨਾਲ ਗਰੰਟੀ ਲੈ ਕੇ ਲੋਨ ਦੇ ਦਿੰਦਾ। ਜਦੋਂ ਫਿਰ ਇੱਥੇ ਆ ਕੇ ਪ੍ਰੋਬਲਮ ਆਉਂਦੀ ਹੈ, ਉਦੋਂ ਫਿਰ ਕੀ ਕਰਨਾ ਚਾਹੀਦਾ? ਜਾਂ ਲੱਗਦਾ ਤੁਹਾਨੂੰ ਇਹ ਪ੍ਰੋਬਲਮ ਮੈਜੋਰਿਟੀਜ਼ ਨੂੰ ਹੁੰਦੀ ਹੈ ਜਾਂ ਕਿਸੇ ਨੂੰ ਹੁੰਦੀ? ਨਹੀਂ, ਕਾਫੀ ਜਣਾਂ ਨੂੰ ਪ੍ਰੋਬਲਮ ਹੁੰਦੀ ਹੈ। ਗਲਤ ਕੋਰਸ ਚੂਜ਼ ਕਰ ਲੈਂਦੇ ਨੇ, ਇੱਥੇ ਆ ਜਾਂਦੇ ਨੇ, ਤੇ ਬਾਅਦ ਚ ਫਿਰ ਉਹ ਵੇਖਦੇ ਨੇ ਕਿ ਇਹ ਕੋਰਸ ਮਤਲਬ ਕਿ ਮੇਰੇ ਨਾਲ ਰੈਲੀਵੈਂਟ ਨਹੀਂ ਹੈਗਾ, ਜਾਂ ਮੈਂ ਇਸ 'ਚ ਅੱਗੇ ਕੁਛ ਕਰ ਨਹੀਂ ਸਕਦਾ, ਮੈਂ ਕੰਟੀਨਿਊ ਨਹੀਂ ਕਰ ਸਕਦਾ, ਤੇ ਜਾਂ ਇੰਟਰਸਟ ਹੀ ਹੈ ਨਹੀਂ ਸੀ ਮੇਰਾ, ਤੇ ਮੈਂ ਤਾਂ ਫਸ ਗਿਆ। ਬਿਲਕੁਲ, ਕਿਉਂਕਿ ਕਈ ਕੋਰਸ ਬਹੁਤ ਜ਼ਿਆਦਾ ਡਿਫਿਕਲਟ ਹੈਗੇ ਆ, ਨਹੀਂ ਸਟੂਡੈਂਟ ਨਹੀਂ ਕਰ ਪਾਉਂਦੇ, ਤੇ ਕਿਉਂਕਿ ਹਰ ਇੱਕ ਦਾ ਆਪਣਾ ਲੈਵਲ ਹੁੰਦਾ ਸਟੱਡੀ ਦਾ। ਕਾਲਜ ਜਾਂ ਯੂਨੀਵਰਸਿਟੀ ਚੂਜ਼ ਕਰਨ ਲੱਗੇ ਵੀ ਤਾਂ ਪ੍ਰੋਬਲਮ ਆਉਂਦੀ ਨਾ। ਕਈ ਵੈਸੇ ਤਾਂ ਦੇਖੋ CIC ਦੀ ਵੈਬਸਾਈਟ 'ਤੇ ਤੁਸੀਂ ਜਾਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿਹੜੇ ਕਾਲਜ, ਕਿਹੜੀਆਂ ਯੂਨੀਵਰਸਿਟੀਆਂ ਜਿਹੜੀਆਂ ਰੈਕਗਨਾਈਜ਼ਡ ਹੈ, ਕਿਹੜੀਆਂ ਨਹੀਂ ਆ। ਜਿਹੜੀਆਂ ਰੈਕਗਨਾਈਜ਼ਡ ਨਹੀਂ ਹੈਗੀਆਂ, ਨੈਚੁਰਲੀ ਤੁਸੀਂ ਉੱਥੇ ਆ ਜਾਓਗੇ, ਆਉਣ ਤਾਂ ਸਕਦਾ ਹੀ ਹੋ ਤੁਸੀਂ। ਠੀਕ ਹੈ ਜੀ, ਉਹ ਤੁਹਾਨੂੰ ਕਹਿਣਗੇ ਇੱਥੇ ਸਟੱਡੀ ਲਈ ਆ ਜਾਓ, ਪਰ ਤੁਹਾਨੂੰ ਅੱਗੋਂ ਵਰਕ ਪਰਮਿਟ ਨਾ ਮਿਲੇ, ਜੋਬ ਨਾ ਮਿਲੇ, ਫਿਰ ਵੀ ਦਿੱਕਤ ਆਏਗੀ। ਸੋ ਮਤਲਬ CIC ਦੀ ਵੈਬਸਾਈਟ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਬੇਸ਼ੱਕ ਏਜੰਟ ਤੁਹਾਡੀ ਮਦਦ ਕਰਦਾ, ਤੁਹਾਨੂੰ ਗਾਈਡ ਕਰਦਾ, ਈਵਨ ਦੈਨ ਤੁਹਾਨੂੰ ਖੁਦ ਨੂੰ ਵੀ ਤਾਂ ਅਵੇਅਰ ਹੋਣਾ ਪਏਗਾ। अनमोल, क्या लगता है आपको? आपने जब कोर्स चूज किया, मैं चलो आपकी बात नहीं, इन जनरल, तो क्या हुआ, लोगों के साथ कैसे होता है कि वो कोर्स गलत चूज कर लेते हैं, यानी अप्रोप्रिएट कोर्स नहीं है, उसमें उसका इंटरेस्ट नहीं है, जहाँ उसको लगता है कि ये मेरी एजुकेशन बैकग्राउंड ऐसी है ही नहीं, मैं इसको कंटिन्यू कर ही नहीं पाऊंगा, तो क्या करना चाहिए? तो सबसे पहले तो लाइक काफ़ी लोग मैंने देखे कि जो पीछे से आर्ट्स करके आए और यहाँ पे मेडिकल के कोर्सेज ले लेते हैं आके, राइट। तो उनको पहले दो सेमेस्टर्स में पहले उनको कुछ पता ही नहीं लगता, क्योंकि बहुत प्रॉब्लम्स आई होती हैं, तो उनको होता है जस्ट कि फ्लो के साथ जब चलते रहो, इट्स ओके कि अभी फीस दी है तो करना ही पड़ेगा, बट बाद में पता लगता है कि हाँ भी नहीं हो पा रहा है, तो उसके बाद फिर यहाँ पे एजेंट्स ढूंढने पड़ते हैं कि कोई आसान कोर्स हो, कोई छोटा कोर्स हो, जिससे जल्दी ਹੋ ਸਕੇ। ਨਵਜੋਤ, ਇਸ ਤਰ੍ਹਾਂ ਹੋ ਸਕਦਾ ਕਿ ਕੋਈ ਇੱਦਾਂ ਕੋਰਸ ਚੇਂਜ ਕਰ ਲਵੇ ਤੇ ਫਿਰ ਉਹਦੀ ਪੜ੍ਹਾਈ ਇਕੁਅਲ ਟੂ ਉਹ ਹੋਵੇ ਜਿਸ ਐਜੂਕੇਸ਼ਨ ਵਾਸਤੇ ਤੁਹਾਨੂੰ, ਜਿਸ ਕੋਰਸ ਵਾਸਤੇ ਤੁਹਾਨੂੰ ਇੱਥੇ ਐਡਮਿਸ਼ਨ ਮਿਲੀ ਹੈ, ਤੁਸੀਂ ਉਹ ਕੋਰਸ ਕਰ ਨਹੀਂ ਰਹੇ, ਕੋਈ ਹੋਰ ਸੌਖਾ ਜਿਹਾ ਕੋਰਸ ਚੂਜ਼ ਕਰ ਲੈਂਦੇ, ਮਨ 'ਚ ਹੁੰਦਾ ਵੀ ਯਾਰ ਪੱਕਾ ਹੀ ਹੋਣਾ, ਕਿਸੇ ਤਰੀਕੇ ਨਾਲ ਕੋਰਸ ਕੰਪਲੀਟ ਕਰੋ, ਉਹ ਰੈਲੇਵੈਂਸੀ ਹੁੰਦੀ? ਜਦੋਂ ਆਪਾਂ ਇੱਥੇ ਪਹਿਲਾਂ ਜੋ ਇੰਡੀਆ ਦੇ ਇੱਥੇ ਆਉਂਦੇ ਆ, ਉਦੋਂ ਸਾਨੂੰ ਕਿਤੇ ਨਾ ਕਿਤੇ ਏਜੰਟ ਹੀ ਕੋਰਸ ਦੇ ਦਿੰਦੇ, ਕੋਈ ਵੀ ਕੀ ਹੈ ਨਾ, ਜਾ ਕੇ ਕਰ ਲਾ PR ਹੀ ਹੋਣਾ। ਫਿਰ ਇੱਥੇ ਆ ਕੇ ਬੰਦਾ ਜੋ ਦੇਖਦਾ ਕਿ ਮੈਂ ਇਹ ਕੋਰਸ ਕਰ ਸਕਦਾ, ਡਿਪੈਂਡ ਆ ਉਹਦੀ ਸਿਚੁਏਸ਼ਨ 'ਤੇ ਕਿ ਪਿੱਛੇ ਕਿੰਨਾ ਲੋਨ ਲਿਆ, ਉਹ ਕਰ ਸਕਦਾ ਅਫੋਰਡ ਜਾਂ ਨਹੀਂ ਕਰ ਸਕਦਾ। ਆਪਾਂ ਵਿਨੀਪੈਗ ਵਿੱਚ ਰਹਿੰਦੇ, ਵਿਨੀਪੈਗ ਦੀ ਗੱਲ ਕਰੀਏ ਤੇ ਪਾਰਟ ਟਾਈਮ ਸਟੂਡੈਂਟ ਜਿਹੜਾ ਹੁੰਦਾ ਵਾ 20 ਆਵਰਸ ਕਰ ਸਕਦਾ ਵਾ, ਠੀਕ ਹੈ ਜੀ। ਤੇ ਉਸ ਬੇਸ 'ਤੇ ਆਪਾਂ ਨਵੀਂ ਫੀਸਾਂ ਨਹੀਂ ਕੱਢ ਸਕਦੇ ਇਜ਼ਲੀ, ਕਿਉਂਕਿ ਇੱਥੇ ਫੀਸ ਕੱਢਣੀ ਬਹੁਤ ਔਖੀ ਹੈ, ਕਿਉਂਕਿ ਮਿਨੀਮਮ ਵੇਜ ਲਗਾ ਲਓ, ਸਟੂਡੈਂਟ ਵੀ ਕਾਫੀ ਨੇ, ਠੀਕ ਹੈ ਜੀ। ਡਿਪੈਂਡ ਆ ਕਿ ਹਰ ਇੱਕ, ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਹਰ ਇੱਕ ਦੀ ਆਪਣੀ ਆਪਣੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ, ਉਹਦੇ ਡਿਪੈਂਡ ਆ। ਮੋਸਟਲੀ ਪੇਰੈਂਟਸ
ਨੂੰ ਇਹ ਕਿਹਾ ਜਾਂਦਾ ਜਾਂ ਪੇਰੈਂਟਸ ਵੀ ਇਹ ਸੋਚਦੇ ਆ ਕਿ ਅਸੀਂ ਇਨੀਸ਼ੀਅਲ ਜਿਹੜੀ ਫੀਸ ਹੈਗੀ ਆ ਉਹ ਪੇ ਕਰ ਦੇਣੀ ਹੈ, ਉਸ ਤੋਂ ਬਾਅਦ ਬੱਚੇ ਨੇ ਉੱਥੇ ਜਾ ਕੇ 20 ਆਵਰ ਮਿਨੀਮਮ ਕੰਮ ਕਰਨਾ ਹੀ ਕਰਨਾ ਹੈਗਾ। ਇਹਨੇ ਆਪਣੇ ਖਰਚੇ ਵੀ ਆਪੇ ਚੁੱਕ ਲੈਣੇ, ਜੇ ਕੋਰਸ ਦੀ ਨੈਕਸਟ ਫੀਸ ਵੀ ਦੇਣੀ ਪਈ ਤਾਂ ਦੇ ਦੇਗਾ। ਇਜ਼ ਇਟ ਪੋਸੀਬਲ? ਲੱਗਦਾ ਨਹੀਂ। ਨਹੀਂ ਲੱਗਦਾ। ਨਹੀਂ ਕਿ ਫਿਰ ਪੈਸੇ ਫਿਰ ਘਰੋਂ ਮੰਗਵਾਉਣੇ ਪੈਂਦੇ? ਉਹੀ ਫਿਰ ਕਈ ਲੋਕ ਘਰੋਂ ਮੰਗਾਉਂਦੇ ਨੇ ਤੇ ਮੁਸ਼ਕਲ ਹੋ ਜਾਂਦੀ ਕਾਫੀ ਜ਼ਿਆਦਾ, ਕਿਉਂਕਿ 20 ਘੰਟਿਆਂ ਵਿੱਚ ਜਿੰਨੇ ਪੈਸੇ ਤੇ ਕਮਾਏ ਜਾਂਦੇ ਨੇ ਉਹ ਸਾਰਾ ਖਰਚੇ 'ਚ ਨਿਕਲ ਜਾਂਦਾ, ਰੈਂਟ ਵਿੱਚ, ਖਾਣ ਪੀਣ ਦੇ ਵਿੱਚ, ਠੀਕ ਹੈ ਜੀ, ਹੋਰ ਬੜੇ ਐਕਸਪੈਂਸਿਸ ਹੁੰਦੇ ਨੇ ਤੇ ਮੁਸ਼ਕਿਲ, ਕਿਉਂਕਿ ਕਿਸੇ ਵੀ ਕੋਰਸ ਦੀ ਫੀਸ 14-15 ਹਜ਼ਾਰ ਡਾਲਰ ਤੋਂ ਘੱਟ ਹੈ ਨਹੀਂ, ਠੀਕ ਹੈ ਜੀ। ਤੇ ਇੰਨਾ ਸਾਲ ਵਿੱਚ ਇਕੱਠਾ ਕਰਨਾ, ਨਾਲੇ ਆਪਣਾ ਜਿਹੜਾ ਖਰਚਾ ਕੱਢਣਾ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਪੋਸੀਬਲ ਆ। ਅਗਰ ਤੁਸੀਂ ਕੋਈ ਜਿਸ ਤਰ੍ਹਾਂ ਲੋਕੀ ਕੈਸ਼ ਤੇ ਵੀ ਕੰਮ ਕਰਦੇ ਨੇ, ਠੀਕ ਹੈ ਜੀ, ਕੈਸ਼ ਤੇ ਬਹੁਤ ਲੋਕੀ ਹੈਗੇ ਨੇ ਜਿਹੜੇ ਬੜੇ ਘੱਟ ਪੈਸੇ ਦਿੰਦੇ ਨੇ, ਜਿੱਦਾਂ ਕਿ ਇੱਥੇ ਵੇਜਸ ਘੱਟ ਹੋਣਗੀਆਂ, ਇੱਥੇ ਮਿਨੀਮਮ ਵੇਜ ਦਾ 1190 ਹੈਗੀ ਹੈ ਤੇ ਉਹ ਤਾਂ ਕੈਸ਼ ਤੇ ਦਿੰਦਾ ਕਿ $6 $8, ਨਾਲੇ ਬੱਚੇ ਤੋਂ ਇੰਨਾ ਕੰਮ ਕਰਾਉਂਦੇ ਨੇ ਕਿ ਉਹ ਵੈਸੇ ਫਰਸਟ੍ਰੇਟ ਹੋ ਜਾਂਦਾ, ਪੜ੍ਹਾਈ ਵੱਲ ਵੀ ਧਿਆਨ ਤੇ ਬੰਦਾ। ਨਾਲੇ ਇੱਥੇ ਇੱਕ ਜੋਬ ਤੇ ਤੁਸੀਂ ਇਕੱਲੀ ਇੱਕ ਜੋਬ ਕਰਦੇ ਤਾਂ ਉਸ ਬੇਸ ਤੇ ਤੁਸੀਂ ਖਰਚਾ ਨਹੀਂ ਕਰ ਸਕਦੇ ਪ੍ਰੋਪਰਲੀ। ਪਰ ਸਟੂਡੈਂਟ ਇੱਥੇ ਆਉਂਦੇ ਜੀ ਮਹਿੰਗੀਆਂ ਕਾਰਾਂ ਲੈ ਲੈਂਦੇ ਆ, ਫਸਟ ਕਲਾਸ ਘਰਾਂ ਦੇ ਵਿੱਚ ਰਹਿੰਦੇ ਹੈਗੇ ਆ, ਤੇ ਉਹਨਾਂ ਦਾ ਪਹਿਨਣ ਪਚਣ ਇੱਧਰ ਉੱਧਰ ਘੁੰਮਣ ਤੋਂ ਲੱਗਦਾ ਉਹ ਤਾਂ ਰਿਚ ਫੈਮਿਲੀ ਨੂੰ ਬਿਲੋਂਗ ਕਰਦੇ ਹੈਗੇ ਆ, ਤੇ ਇਹਨਾਂ ਨੂੰ ਤਾਂ ਫਿਕਰ ਹੀ ਕੋਈ ਨਹੀਂ। ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਦਿੰਦਾ ਜੀ, ਠੀਕ ਹੈ ਜੀ। ਮੈਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ, ਠੀਕ ਹੈ ਜੀ। ਤੇ ਜੋ ਕਿ ਮੇਰਾ ਸਭ ਤੋਂ ਪਹਿਲਾ ਮੋਟਿਵ ਹੋਣਾ ਚਾਹੀਦਾ ਸੀਗਾ ਇੱਥੇ ਕਿ ਸਟੱਡੀ ਕੰਪਲੀਟ ਕਰਾਂ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਮੈਂ ਇੰਡੀਆ ਲੋਨ ਲਿਆ ਸਟੱਡੀ ਲਾਈਫ ਵਾਸਤੇ, ਉਹ ਚੁਕਾਵਾਂ, ਠੀਕ ਹੈ। ਮੈਂ ਗਲਤੀ ਕੀਤੀ ਹੈ ਕਿ ਮੈਂ ਗੱਡੀ ਮਤਲਬ ਵੱਡੀ ਚੱਕ ਲਈ ਸੀ, ਸੱਚੀ ਦੱਸਾਂ। ਪਰ ਮੋਸਟਲੀ ਲੋਕਾਂ ਕੋਲ ਹੁੰਦੀਆਂ, ਬੱਚਿਆਂ ਕੋਲ ਹੁੰਦੀਆਂ, ਜਿਹੜਾ ਅਫੋਰਡ ਕਰ ਸਕਦਾ ਕਰੇ। ਅੱਛਾ ਹਰ ਇੱਕ ਦੀ ਨਹੀਂ ਅਫੋਰਡ ਕਰਦੇ ਜਾਂ ਮੋਂਜੀ ਕਹਿ ਲਓ, ਵੀ ਕਹਿ ਲਓ ਪੰਗਾ ਲੈ ਲਿਆ ਕਹਿ ਲਓ, ਲੋਕੀ ਇੱਕ ਦੂਜੇ ਵੱਲ ਵੇਖ ਕੇ ਨਾ ਲਵੇ, ਵੇਖ ਕੇ ਉਹਨੇ ਗੱਡੀਆਂ ਰੱਖੀ ਮੈਂ ਕਿਉਂ ਨਾ ਰੱਖਾਂ, ਹਨਾ। ਬਟ ਇੱਥੇ ਮੈਂ ਹਿਸਾਬ ਲਾਇਆ ਕੋਈ ਇੰਨਾ ਫਰਕ ਨਹੀਂ ਪੈਂਦਾ ਜੀ, ਆਪਣੀ ਸੋਚ। ਕਿਸੇ ਕੋ ਗੱਡੀ ਵੱਡੀ ਹੈਗੀ ਆ, ਛੋਟੀ ਹੈਗੀ ਆ, ਕੋਈ ਬੇਸਮੈਂਟ 'ਚ ਰਹਿੰਦਾ, ਕੋਈ ਅਪਾਰਟਮੈਂਟ ਦਾ, ਕੋਈ ਨਹੀਂ ਵੇਖਦਾ ਜੀ, ਕਿਸੇ ਨੂੰ ਕੋਈ ਕੰਸਰਨ ਨਹੀਂ ਹੈ। ਆਪਣੇ ਸਾਰੇ ਮੋਸਟਲੀ ਸਟੂਡੈਂਟ ਆਪਣਾ ਪ੍ਰੈਜ਼ੈਂਟ ਵੇਖਦੇ ਕਿ ਮੈਂ ਇਸ ਟਾਈਮ ਲੋਕਾਂ ਨੂੰ ਕਿਹਦਾ ਸ਼ੋਅ ਆਫ ਕਰ ਲਵਾਂ। ਉਹਨੇ ਵੱਡੀ ਗੱਡੀ ਰੱਖੀ ਆ ਕਿ ਮੇਰੇ ਕੋਲ ਛੋਟੀ ਗੱਡੀ, ਮੈਨੂੰ ਕੋਈ ਵੇਖਦਾ ਨਹੀਂ, ਉਹ ਜ਼ਿਆਦਾ ਤਾਰੀਫਾਂ ਹੁੰਦੀਆਂ। ਇਦਾਂ ਨਹੀਂ ਕਰਨਾ ਚਾਹੀਦਾ। ਮੇਰੇ 'ਚ ਥੋੜੀ ਗਲਤੀ ਹੋ ਗਈ ਸੀਗੀ, ਠੀਕ ਹੈ ਜੀ, ਪਰ ਚਲੋ ਮੇਰੀ ਵਿਕ ਗਈ, ਠੀਕ ਹੋ ਗਈ ਤੇ ਮੈਂ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਕਰੂੰਗਾ। ਸਭ ਤੋਂ ਪਹਿਲਾਂ ਤੁਸੀਂ ਗੱਡੀ ਇੱਥੇ ਬਹੁਤ ਜ਼ਰੂਰੀ ਹੈ, ਇੱਥੇ ਗੱਡੀ ਮੰਨਦਾ, ਠੀਕ ਹੈ। ਜੋ ਤਾਂ ਤੁਸੀਂ ਨੋਰਮਲ ਨਹੀਂ, ਜੇ ਤਾਂ ਦੇਖੋ ਤੁਸੀਂ ਕਾਲਜ ਵੀ ਜਾਣਾ, ਯੂਨੀਵਰਸਿਟੀ ਵੀ ਜਾਣਾ, ਤੇ ਨਾਲ ਦੀ ਨਾਲ ਤੁਸੀਂ ਕੰਮ ਵੀ ਕਰਨਾ, ਕੰਮ ਜਿਹੜਾ ਉਹ ਕਿਸੇ ਡਿਫਰੈਂਟ ਡਾਇਰੈਕਸ਼ਨ 'ਚ ਹੈਗਾ, ਯੂਨੀਵਰਸਿਟੀ ਕਾਲਜ ਤੁਹਾਡੇ ਡਿਫਰੈਂਟ ਡਾਇਰੈਕਸ਼ਨ 'ਚ ਹੈ, ਰਿਹਾਇਸ਼ ਤੁਹਾਡੀ ਕਿਸੇ ਹੋਰ ਸਾਈਡ ਤੇ ਹੈ, ਨੈਚੁਰਲੀ ਤੁਹਾਨੂੰ ਵਹੀਕਲ ਦੀ ਲੋੜ ਹੈ। ਪਰ ਜੇ ਇਹ ਸਾਰਾ ਕੁਝ ਤੁਸੀਂ ਮੈਨੇਜ ਕਰ ਸਕਦੇ ਹੋ, ਬੱਸ ਟਰੈਵਲ ਕਰ ਸਕਦੇ ਹੋ, ਤਾਂ ਨਾਟ ਬੈਡ ਬਿਲਕੁਲ। ਤੁਸੀਂ ਅਗਰ ਬੱਸ ਟਰੈਵਲ ਕਰ ਸਕਦੇ ਹੋ ਉਹਦੇ ਵਿੱਚ ਕੋਈ ਰੀਸ ਹੀ ਨਹੀਂ ਹੈ, ਠੀਕ ਹੈ। ਅਗਰ ਤੁਸੀਂ ਇੱਕ ਜਾਂ ਦੋ ਕੰਮ ਜਾਂਦੇ ਪਿਓ, ਬੱਸ ਨਾਲ ਤੁਹਾਡਾ ਸਰਦਾ ਪਿਆ ਵਾ, ਬਿਲਕੁਲ ਬੈਸਟ ਆ। ਗੱਡੀ ਕਈ ਵਾਰੀ ਕੀ ਹੁੰਦਾ ਕਿ ਆਪਾਂ ਛੋਟੀ ਗੱਡੀ ਅਗਰ ਚੱਕ ਲੈਂਦੇ ਨੇ, ਉਹਨਾਂ ਹੋਰ ਵੀ ਕੰਮ ਖੁੱਲ ਜਾਂਦੇ ਨੇ। ਜਦੋਂ ਤੁਸੀਂ ਇੱਕ ਜੋਬ ਕਰਦੇ ਪਿਓ, ਤੁਹਾਨੂੰ ਹੋਰ ਜੋਬ ਨਹੀਂ ਮਿਲਦੀ ਵੀ, ਤੁਸੀਂ ਸਸਤੀ ਗੱਡੀ ਚੱਕਦੇ ਹੋ, ਠੀਕ ਹੈ, ਤੁਸੀਂ ਸਕਿਪ ਕਰ ਸਕਦੇ ਹੋ, ਡਿਲੀਵਰੀਆਂ ਕਰ ਸਕਦੇ ਹੋ, ਠੀਕ ਹੈ ਜੀ। ਇੱਕ ਇਹ ਵੀ ਆਪਾਂ ਅਰਨਿੰਗ ਦਾ ਮਤਲਬ ਕਿ ਓਪਰਚੁਨਿਟੀ ਖੁੱਲ ਜਾਂਦੀ ਹੈ, ਠੀਕ ਹੈ, ਮਤਲਬ ਕਿ ਗੱਡੀ ਹੋਣ ਦੇ ਨਾਲ। ਬਟ ਮੈਂ ਜੋ ਹਰ ਇੱਕ ਦਾ ਆਪਣੇ ਬਜਟਸ ਹੁੰਦੇ ਨੇ, ਠੀਕ ਹੈ ਜੀ। ਕਈ ਘਰੋਂ ਚੰਗੇ ਹੁੰਦੇ ਨੇ, ਕਈ ਘਰੋਂ ਠੀਕ ਠਾਕ ਜਿਹੇ ਹੁੰਦੇ ਨੇ, ਠੀਕ ਹੈ, ਤੇ ਉਹ ਤਾਂ ਆਪਣੀ ਮਰਜ਼ੀ ਹੈ। ਬਟ ਜੇ ਅਗਰ ਤੁਸੀਂ ਘਰੋਂ ਲੋਨ ਲੈ ਕੇ ਆਏ ਹੋ, ਠੀਕ ਹੈ ਜੀ, ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਪਹਿਲਾਂ ਆਪਣਾ ਉਹ ਲੋਨ ਉਤਾਰੋ, ਜਿਹੜੇ ਮਾਪਿਓ ਤੇ ਕਰਜ਼ਾ ਚੜਿਆ ਵਾ, ਠੀਕ ਹੈ ਜੀ, ਤੁਸੀਂ ਉਹਨੂੰ ਉਤਾਰੋ। ਤੇ ਜਿਹੜੇ ਮਾਪਿਓ ਨੇ ਪੂਰੀ ਜ਼ਿੰਦਗੀ ਤੁਹਾਡੇ ਵਾਸਤੇ ਇੰਨਾ ਕੁਛ ਕੀਤਾ, ਤੁਹਾਡਾ ਫਰਜ਼ ਬਣਦਾ ਕਿ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਤੁਹਾਡੇ ਤੇ ਲਾਤੀ ਹੈ। ਅਗਲੇ ਜੇ ਉਹਨਾਂ ਦੀ ਜਿਹੜੀ ਹੈਲਦੀ ਲਾਈਫ ਆ ਮਾਪਿਓ ਦੀ, ਅਗਲੀ 10 ਜਾਂ 15 ਓਲਡ ਏਜ ਤੇ ਹੈਗੇ ਆ, ਓਲਡ ਏਜ ਤੇ ਆ ਜਾਂਦੇ। ਇੱਕ ਉਮਰ ਤੋਂ ਬਾਅਦ ਫਿਰ ਬੰਦੇ ਵੈਸੇ ਕਿ ਉੱਠਣ ਦਾ ਵੀ ਨਹੀਂ ਮਨ ਕਰਦਾ, ਕਿਤੇ ਜਾਣ ਦਾ ਨਹੀਂ ਮਨ ਕਰਦਾ, ਠੀਕ ਹੈ। ਤੇ ਜੋ ਉਮਰ ਆ ਉਹਨਾਂ ਦੀ ਮਨ ਨਹੀਂ ਕਰਦਾ, ਹੁੰਦਾ ਹੀ ਨਹੀਂ ਹੈ ਪ੍ਰੈਕਟੀਕਲੀ ਹੁੰਦਾ ਜੀ। ਤੇ ਜਿਹੜੀ ਉਮਰ ਜਿਹੜੀ ਉਹਨਾਂ ਦੀ ਇੱਕ ਕੁਝ ਦਿਖਾਉਣ ਵਾਲੀ, ਕਿ ਲਾਈਫ ਦੇਖਣ ਵਾਲੀ, ਆਪਾਂ ਤਾਂ ਦੇਖਦੇ ਪਏ ਆ, ਠੀਕ ਹੈ ਜੀ। ਉਹਨਾਂ ਨੂੰ ਸਾਡਾ ਫਰਜ਼ ਬਣਦਾ ਦਿਖਾਈਏ, ਤੇ ਉਹ ਫਿਰ ਸਹੀ डिसीजन लेने बहुत जरूरी है। अनमोल, मैं आपसे पूछना चाहता हूँ, एक स्टूडेंट जब आता है कनाडा में, सबसे बड़ा मोटिव क्या है? सबसे बड़ा मोटिव जिसके लिए आप आए हो अपनी स्टडीज कंप्लीट, क्या मोटिव है? स्टडीज कंप्लीट करना है, राइट। समटाइम्स स्टूडेंट सोचता है मैं स्टडी तो मैं बहाना है, ये तो एक जरिया है, ये तो एक चैनल है कि स्टडी के बहाने में यहाँ आ गया, मैंने तो यहाँ पक्का होना है, मैंने तो यहाँ सिटीजन बनना है, पीआर पहले वर्क परमिट लेना है, फिर पीआर लेनी है, फिर उसके बाद सिटीजन बनना है। तो वो एजुकेशन वाला मोटिव तो दब जाता है, ऐसा है। प्रायोरिटीज की बात होती है। लाइक जब जैसे मैं आई थी यहाँ पे,
तो सबकी प्रायोरिटीज़ की बात होती है, जैसे भी सबका गोल, जो मेरे साथ के हैं सबका गोल है कि हमें अपनी स्टडीज कंप्लीट करनी है। हाँ, पीआर उतनी ही इंपॉर्टेंट है, क्योंकि या कितना पैसा लगा के आए हैं तो वापस जाने का कोई मतलब बनता नहीं है। हाँ, वापस जाने का कोई मतलब नहीं बनता। तो इसका मतलब यहाँ के रूल्स रेगुलेशन के बारे में भी आपको पता होना चाहिए, वो आपको वो अवे करने हैं, ठीक है ना। अगर अपने रहना ही यहीं है तो आपको यहाँ का सारा कुछ ही पता होना चाहिए, रूल्स क्या हैं, कानून क्या है, ये सिस्टम क्या है, सिस्टम को फॉलो कैसे करना है, ये सारी कुछ नॉलेज होनी चाहिए, ठीक है। अच्छा, मैं जो एक क्वेश्चन है मेरा कि सम टाइम कुछ स्टूडेंट्स हैं वो लंबे लंबे कोर्स, बड़े बड़े कोर्स ज्वाइन करके आ जाते हैं, 3 साल का स्टडी कोर्स है, इससे भी ज़्यादा 4 साल का भी है। तो वो उनके पेरेंट्स कैसे उसको करेंगे फीड, इतनी रकम कैसे, पैसे कितने कैसे भेजेंगे उसको। यहाँ 20 घंटे काम करने से तो आपका कहते हैं कि पूरा ही नहीं होता, रहने का खर्चा है, खाने पीने का खर्चा है, यहाँ इधर उधर जाने का खर्चा है, वो ही नहीं कंप्लीट होता, तो स्टडी का पैसे कैसे देंगे। तो क्या आप सजेस्ट करते हैं कि छोटा कोर्स नहीं, या फिर ठीक है भाई बड़ा लो? वो फाइनेंस पे डिपेंड करता है आपकी खुद की, कि अगर आपको लगता है कि आपके पेरेंट्स कर पाएंगे अफोर्ड, कि अगर मतलब हैंड टू हैंड लाइक राइट, तो अगर आपके पेरेंट्स कर पाएंगे, ये अफोर्ड करने वाली बात है ना, तो स्टूडेंट को पता है कि मैं अफोर्ड कर पाऊंगा, ना पेरेंट्स को पता है, तो मजेदार में फंस नहीं जाते लोग। वो है कि अपनी नेसेसिटी के हिसाब से देखना पड़ेगा फिर आपको, कि अगर आपको लगता है कि अगर आप कर पा रहे हैं तो ठीक है, अगर नहीं तो फिर उसके बाद यही ऑप्शन होता है कि अभी कोई छोटा कोर्स लो, और उसके बाद पीआर के बाद आपको पता ना रेट्स डाउन हो जाते हैं फिर स्टडीज के, लाइक अगर कोई रेजिडेंट है अपना। चलो स्टडी की बात हो गई। नवजोत, सोशल ਜਿਹੜੀ ਲਾਈਫ ਹੈ ਇੱਥੇ ਉਹ ਕਿਹੋ ਜੀ ਹੈ ਇੱਕ ਨਵੇਂ ਆਏ ਵਾਸਤੇ? ਸੋਸ਼ਲ ਵਧੀਆ ਹੈ, ਮੈਂ ਵਧੀਆ ਕਹੂੰਗਾ। ਤੁਹਾਡਾ ਜਾਣਦਾ ਨਹੀਂ, ਕੋਈ ਪਛਾਣਦਾ ਨਹੀਂ, ਰਿਸ਼ਤੇਦਾਰ ਨਹੀਂ, ਵਧੀਆ ਕਿਵੇਂ ਹੋਏਗੀ? ਨਹੀਂ, ਮਤਲਬ ਕਿ ਬਹੁਤ ਵੱਡੀ ਓਪਰਚੁਨਿਟੀ ਹੈ, ਤੁਸੀਂ ਪੂਰੇ ਇੰਡੀਪੈਂਡੈਂਟਲੀ ਇੱਥੇ ਆਏ ਹੋ, ਠੀਕ ਹੈ ਜੀ। ਤੇ ਆਪਾਂ ਜਿੱਥੋਂ ਆਏ ਆ, ਆਪਾਂ ਇੱਥੇ ਕਿਉਂ ਆਏ ਆ ਕਿ ਆਪਣੀ ਬੈਟਰ ਲਾਈਫ ਵਾਸਤੇ, ਠੀਕ ਹੈ ਜੀ। ਉੱਥੇ ਮੈਂ ਚਲੋ ਹਰ ਇੱਕ ਆਪਣਾ ਇਹ ਗੱਲ ਹੈ ਕਿ ਜਿਹੜੇ ਦੇਸ਼ ਦਾ ਖਾਈ ਉਹਦਾ ਬੁਰਾ ਨਹੀਂ ਮੰਨੀਦਾ, ਠੀਕ ਹੈ ਜੀ। ਤੇ ਇਸ ਲਈ ਮੈਨੂੰ ਵਧੀਆ, ਮੈਂ ਕਹਿੰਦਾ ਕਿ ਦੇਸ਼ ਬਹੁਤ ਵਧੀਆ ਵਾ, ਠੀਕ ਹੈ ਜੀ। ਅਗਰ ਤੁਸੀਂ ਪੋਜ਼ਿਟਿਵ ਇਹ ਨਾ ਸੋਚੋਗੇ ਤੇ ਤੁਹਾਨੂੰ ਬਹੁਤ ਮਜ਼ਾ ਆਏਗਾ ਇੱਥੇ। ਜਿਸ ਤਰ੍ਹਾਂ ਤੁਸੀਂ ਕੱਲ ਲਾਈਵ ਆਏ ਸੀਗੇ, ਸਵਾਦ ਦੀ ਗੱਲ ਕੀਤੀ ਸੀ ਤੁਸੀਂ, ਠੀਕ ਹੈ ਜੀ। ਸਵਾਦ ਤੁਹਾਡੇ ਹੁੰਦਾ ਕਿ ਆਪਣੀ ਸੋਚ ਤੇ ਤੁਸੀਂ ਹਰ ਇੱਕ ਸਿਚੁਏਸ਼ਨ ਨੂੰ ਕਿਸ ਤਰੀਕੇ ਨਾਲ ਲੈਂਦੇ ਹੋ, ਪੋਜ਼ਿਟਿਵ ਵੇ ਨਾਲ। ਸਵਾਦ ਮੀਨ ਮਜ਼ਾ, ਜ਼ਿੰਦਗੀ ਦੇ ਮਜ਼ੇ ਦੀ ਗੱਲ ਸੀ ਮਜ਼ਾ ਲਓ ਜੀ, ਠੀਕ ਹੈ ਜੀ। ਲਾਈਫ 'ਚ ਤੁਸੀਂ ਅਗਰ ਕੁਛ ਨਵਾਂ ਸਿੱਖਦੇ ਪਏ ਹੋ, ਜੇ ਆਪਾਂ ਕੁਛ ਵੀ ਸਿੱਖਦੇ ਹਾਂ ਕਿਸੇ ਫੀਲਡ ਵਿੱਚ ਜਾਂਦੇ ਹੋ, ਚਾਹੇ ਗੇਮ ਸਿੱਖੋ ਚਾਹੇ ਸਟੱਡੀ ਕਰੋ, ਮੁਸ਼ਕਿਲਾਂ ਆਉਂਦੀਆਂ ਹੀ ਆਉਣੀਆਂ। ਹਰ ਇੱਕ ਦੀ ਮੁਸ਼ਕਿਲਾਂ ਤੋਂ ਬਿਨਾਂ ਤੁਸੀਂ ਕੁਛ ਸਿੱਖ ਹੀ ਨਹੀਂ ਸਕਦੇ। ਜਦੋਂ ਤੱਕ ਤੁਸੀਂ ਗਲਤੀਆਂ ਨਹੀਂ ਕਰੋਗੇ ਤੁਸੀਂ ਕੁਛ ਨਹੀਂ ਸਿੱਖੋਗੇ। ਇਹਦਾ ਮਤਲਬ ਡਿਟਰਮੀਨੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ, ਹਾਰਡ ਵਰਕ ਤਾਂ ਤੁਸੀਂ ਹੋਵੋਗੇ, ਡਿਟਰਮੀਨੇਸ਼ਨ ਵੀ ਹੋਣੀ ਚਾਹੀਦੀ ਹੈ, ਕੰਸੈਂਟਰੇਸ਼ਨ ਹੋਣੀ ਚਾਹੀਦੀ ਹੈ, ਫੋਕਸ ਤੁਹਾਡਾ, ਸਮਾਰਟ ਵਰਕ ਹੋਣਾ ਚਾਹੀਦਾ। ਹਾਂ, ਉਹ ਇਹ ਸਾਰਾ ਕੁਝ ਹੋਵੇ ਤੇ ਫਿਰ ਤੁਸੀਂ ਸਟੱਡੀ ਵੀ ਕੰਪਲੀਟ ਕਰ ਲਓਗੇ, ਸੋਸ਼ਲ ਲਾਈਫ ਵੀ ਤੁਹਾਡੀ ਚੰਗੀ ਹੋ ਜਾਏਗੀ, ਤੁਸੀਂ ਫਿਊਚਰ ਬਾਰੇ ਵੀ ਆਪਦੇ ਸੋਚ ਸਕਦੇ ਹੋ। 99% ਸਟੂਡੈਂਟ ਜਿਹੜੇ ਆਉਂਦੇ ਜੀ ਉਹ ਛੋਟੀ ਉਮਰ ਦੇ ਹੁੰਦੇ ਆ, ਅਨਮੈਰਿਡ ਹੁੰਦੇ ਆ, ਉਹ ਇੱਥੇ ਆ ਕੇ ਇਹੋ ਜਿਹੇ ਮਾਹੌਲ ਵਿੱਚ, ਓਪਨ ਜਿਹਾ ਮਾਹੌਲ ਹੁੰਦਾ, ਉਹਨਾਂ ਨੂੰ ਲੱਗਦਾ ਕਿ ਇਹ ਤਾਂ ਦੁਨੀਆ ਨਵੀਂ ਹੈ। ਇਸ ਦੁਨੀਆ ਦੇ ਵਿੱਚ ਉਹਨਾਂ ਨੇ ਹੁਣ ਮੂਵ ਹੋਣਾ, ਵਿਚਰਨਾ ਉਹਦੇ ਵਿੱਚ, ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਬਹੁਤ ਵਧੀਆ ਕੁਐਸਚਨ ਹੈ ਜੀ ਇਹ। ਮੇਰੇ ਮਨ 'ਚ ਵੀ ਸੀਗੇ ਇਹ ਗੱਲ ਕਿ ਆਪਾਂ ਗੱਲ ਕਰੀਏ ਇਸ ਬਾਰੇ, ਕਿ ਮੈਂ ਇੱਥੇ ਜੋ ਦੇਖਿਆ ਕਿ ਜਿਹੜੇ ਸਟੂਡੈਂਟ, ਮੈਂ ਸਾਰੇ ਸਟੂਡੈਂਟਸ ਦੀ ਨਹੀਂ ਗੱਲ, ਨਹੀਂ ਇਨ ਜਨਰਲ ਆਪਾਂ ਜਨਰਲ ਦੀ ਗੱਲ ਕਰਾਂਗਾ, ਠੀਕ ਹੈ। ਮੈਂ ਵੀ ਸਟੂਡੈਂਟ ਹੀ ਹਾਂ, ਠੀਕ ਹੈ। ਤੇ 60% ਲਗਾ ਲਓ, 70% ਲਗਾ ਲਓ, ਇੱਕ ਦੂਜੇ ਦੀ ਗੱਲਾਂ ਵਿੱਚ ਆ ਕੇ ਇੱਥੇ ਕੀ ਸਾਨੂੰ ਕੋਈ ਵੇਖਦਾ ਨਹੀਂ ਪਿਆ, ਸਾਡੇ ਮੰਮੀ ਪਾਪਾ ਨਹੀਂ ਵੇਖਦੇ ਪਏ, ਠੀਕ ਹੈ ਜੀ। ਮਤਲਬ ਕਿ ਡਰ ਨਹੀਂ ਹੈ। ਇੱਕ ਲਾਈਫ 'ਚ ਬੰਦੇ ਨੇ ਕਹਿੰਦੇ ਡਰ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਕਿਸੇ ਜਗ੍ਹਾ ਰਹਿੰਦੇ, ਸਾਨੂੰ ਕਾਨੂੰਨ ਦਾ ਡਰ, ਆਪਾਂ ਉਸ ਦਾਇਰਾ ਨਹੀਂ ਪਾਰ ਕਰਦੇ, ਠੀਕ ਹੈ ਜੀ। ਇੱਦਾਂ ਹੀ ਇੱਕ ਮਾਂ ਪਿਓ ਦਾ ਡਰ ਵੀ ਹੁੰਦਾ ਵਾ, ਠੀਕ ਹੈ ਜੀ। ਤੇ ਇੱਥੇ ਕੋਈ ਵੇਖਦਾ ਨਹੀਂ ਪਿਆ, ਤੇ ਉਹ ਸਟੂਡੈਂਟ ਕੋਈ ਡਰ ਨਹੀਂ ਹੁੰਦਾ, ਮੈਂ ਕਿੱਥੇ ਜਾਵਾਂ, ਕਿੰਨੇ ਵਜੇ ਜਾਵਾਂ, ਕੋਈ ਪੁੱਛਣ ਵਾਲਾ ਨਹੀਂ ਹੈ। ਮੈਂ ਜੋ ਚੀਜ਼ ਦੇਖੀ ਹੈ ਇੱਥੇ, ਸਾਰੇ ਨਹੀਂ ਕਹਾਂਗਾ, ਕੁਛ ਲੋਕ ਕਿਸੇ ਦੀ ਗੱਲਾਂ 'ਚ ਆ ਕੇ ਜਿੱਦਾਂ ਨਸ਼ਿਆਂ 'ਚ ਪੈ ਜਾਂਦੇ ਆ, ਠੀਕ ਹੈ ਜੀ। ਇੱਥੇ ਤੁਸੀਂ ਵੇਖੋਗੇ ਕਿ ਕੁਛ ਜਿਹੜੇ ਨਸ਼ੇ ਹੈਗੇ ਬਹੁਤ ਲੀਗਲ ਹੈਗੇ ਆ, ਵੀਡ ਹੋ ਗਈ, ਸ਼ਰਾਬਾਂ ਹੋ ਗਈਆਂ, ਠੀਕ ਹੈ ਜੀ, ਪੀਂਦੇ ਆ। ਉਹ ਚੀਜ਼ ਮਤਲਬ ਕਿ ਉਸ ਟਾਈਮ ਤੋਂ ਉਹਨਾਂ ਨੂੰ ਫਨ ਲੱਗਦੀ ਹੋਏਗੀ, ਪਰ ਅਗਰ ਲੌਂਗ ਟਰਮ ਸੋਚਿਆ ਜਾਵੇ ਤਾਂ ਉਹ ਬਹੁਤ ਵੱਡਾ ਨੁਕਸਾਨ ਆ। ਕਿਉਂਕਿ ਸਾਡਾ ਜੋ ਆਪਾਂ ਮਾਈਂਡ ਸੈਟ ਲੈ ਕੇ ਆਏ ਆ ਇੱਥੇ ਕਿ ਆਪਾਂ ਆਪਣੀ ਸਟੱਡੀ ਕੰਪਲੀਟ ਕਰਨੀ ਆ, ਜੋ ਸਾਡਾ ਮੋਟਿਵ ਹੈ ਕਿ ਆਪਾਂ ਤੇ ਪੀਆਰ ਲੈਣੀ ਹੈ, ਜੋ ਸਾਡਾ ਆਪਾਂ ਸੋਚ ਕੇ ਆਏ ਆ। ਪਰ ਆਪਾਂ ਜੋ ਮਤਲਬ ਕਿ ਸਟੂਡੈਂਟ ਜੋ ਭਟਕ ਜਾਂਦਾ ਵਾ, ਨਸ਼ਿਆਂ ਵਿੱਚ ਪੈ ਜਾਂਦਾ ਵਾ, ਠੀਕ ਹੈ ਜੀ, ਤੇ ਇਸ ਤਰ੍ਹਾਂ ਦੇ ਗਲਤ ਕੰਮਾਂ ਵਿੱਚ ਪੈ ਜਾਂਦਾ ਵਾ, तो फिर तो ये फ्यूचर और माड़ा ही। अनमोल, आप बताएं। ओपन लाइफ मिलती है जीने के लिए, सारा कुछ
मतलब आपको लगता है कि मेरे ऊपर किसी का कंट्रोल नहीं है, इंडिपेंडेंट हूँ मैं, चाहे स्टडी करूँ चाहे छोड़ दूँ, बंक करूँ क्लास, या सम टाइम ऐसा होता है कि मैंने सोच लिया कि छोड़ो इस टाइम नहीं, नेक्स्ट सेशन से शुरू करेंगे, ठीक है, वो उसकी फीस तो आपको देनी पड़ेगी। अगर आप इन टाइम नहीं अपनी एजुकेशन कंप्लीट करेंगे तो हो सकता है आपका वो जो स्टूडेंट वीज़ा है वो एक्सटेंड ना हो, वैसी मुश्किल भी आ सकती है। तो जो ओपन सा मिलता है आपको एटमॉस्फियर, ये आपको फिसला भी सकता है। हाँ। आपका जो आपने चूज किया पाथ, उसमें से आप साइड ट्रैक भी हो सकते हैं। क्या करना चाहिए कि साइड ट्रैक ना हो? सबसे पहले तो अगर ऐसा कुछ दिमाग में आता है गलत, तो सबसे पहले तो अपने पेरेंट्स के बारे में सोचना चाहिए कि जिन्होंने इतना पैसा लगा के यहाँ भेजा, राइट। बिल्कुल ठीक। बहुत बड़ी इन्वेस्टमेंट होती है 25-26 लाख लगाना एक बच्चे के ऊपर, क्योंकि अगर एक मिडिल क्लास फैमिली के हिसाब से सोचा जाए तो कि माँ बाप ने ये पैसा जब से हम पैदा हुए इकट्ठा किया होता है हमारे लिए, राइट। तो जब भी अगर लाइक ऐसा नहीं है कि हाँ, अगर मेरे दिमाग में कभी कुछ गलत ख्याल आता है तो अभी सबसे पहले मम्मा पापा का सोचती हूँ मैं कि अगर उनको ये पता लगेगा कितना शर्मदायक बात है, और आगे पीछे रिलेटिव्स भी होते हैं जो बैक बाइटिंग करते हैं, राइट। को वो सक्सेसफुल अगर होगा कोई, उसके लिए कुछ नहीं बोलेंगे वो, अगर कुछ इंसान ने गलत कर दिया वहाँ जाके उसके पीछे पड़ जाएंगे वहाँ पे। ਅਸੀਂ ਇਹ ਸਬਜੈਕਟ ਤਾਂ ਚੂਜ਼ ਕੀਤਾ ਜੀ, ਇਹ ਵਾਸਟ ਬਹੁਤ ਹੈ, ਇੱਥੇ ਖਤਮ ਨਹੀਂ ਹੋ ਜਾਣੀ ਗੱਲ, ਇਹਨੂੰ ਫਿਰ ਅੱਗੇ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਰ ਅਸੀਂ ਕਿਸੇ ਦਿਨ ਦੁਬਾਰਾ ਇਸੇ ਤਰ੍ਹਾਂ ਸਟੂਡੀਓ ਵਿੱਚ ਬੈਠਾਂਗੇ, ਤੁਹਾਡੇ ਵੀ ਕੁਝ ਕੁਐਸਚਨ ਹੋਣਗੇ, ਤੁਹਾਡੇ ਕੁਝ ਸੁਜੈਸ਼ਨ ਵੀ ਹੋਣਗੇ, ਹੋ ਸਕਦਾ ਤੁਹਾਨੂੰ ਕੁਝ ਗੱਲਾਂ ਜਿਹੜੀਆਂ ਉਹ ਲੱਗਣ ਕਿ ਨਹੀਂ ਯਾਰ ਇਹ ਠੀਕ ਨਹੀਂ ਕੀਤੀ ਜਾ ਰਹੀ, ਨਵਜੋਤ ਨੇ ਪੁਆਇੰਟ ਰੇਜ਼ ਠੀਕ ਪ੍ਰੋਪਰ ਨਹੀਂ ਕੀਤਾ, ਜਾਂ ਅਨਮੋਲ ਨੇ ਉਹਦਾ ਆਨਸਰ ਪ੍ਰੋਪਰ ਨਹੀਂ ਦਿੱਤਾ, ਜਾਂ ਮੈਂ ਹੀ ਕੁਐਸਚਨ ਠੀਕ ਨਹੀਂ ਕੀਤਾ, ਤੁਸੀਂ ਸਾਨੂੰ ਕਮੈਂਟ ਲਿਖ ਕੇ ਸਾਨੂੰ ਦੱਸ ਸਕਦੇ ਹੋ। ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਅਗਲੇ ਐਪੀਸੋਡ ਦੇ ਵਿੱਚ ਸ਼ਾਮਲ ਕਰਾਂਗੇ, ਕੋਸ਼ਿਸ਼ ਕਰਾਂਗੇ ਜਲਦੀ ਫਿਰ ਇਕੱਠੇ ਹੋਈਏ। ਨਵਜੋਤ, ਅਨਮੋਲ, ਤੁਸੀਂ ਦੋਨੋਂ ਆਏ ਹੋ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। Thank you so much.